प्यारे हाजरीन, प्यारे दोस्तों, ਤੁਹਾਡਾ ਸਾਰਿਆਂ ਦਾ ਟਰਕਿੰਗ ਭਾਈਚਾਰਾ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਨਿੱਘਾ ਸਵਾਗਤ ਹੈ। ਮੇਰੇ ਜਾਨੀ ਅਰਿੰਦਰ ਸਿੰਘ ਟਾਂਡਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਹਰ ਰੋਜ਼ ਹਰ ਐਤਵਾਰ 7 ਵਜੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਈਦਾ ਔਰ ਹਰ ਵਾਰ ਇੱਕ ਨਵਾਂ ਟੌਪਿਕ ਲੈ ਕੇ ਤਾਂ ਕਿ ਟਰਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ, ਇਸ ਖਿੱਤੇ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ, ਸੱਜਣਾਂ ਨੂੰ, ਸਾਡੀ ਕਮਿਊਨਿਟੀ ਨੂੰ, ਸਾਡੇ ਆਪਣੇ ਭਾਈਚਾਰੇ ਨੂੰ ਅਸੀਂ ਇਸ ਸਮੇਂ ਦੇ ਹਾਣ ਦੇ ਕਰ ਸਕੀਏ, ਇਹਨਾਂ ਨੂੰ ਸਮੇਂ ਦੇ ਹਾਣੀ ਕਰ ਸਕੀਏ। ਸੋ ਇਸ ਕਰਕੇ ਇਹਨਾਂ ਸ਼ੁਭ ਸ਼ਾਮਾਂ ਦੇ ਨਾਲ, ਇਹਨਾਂ ਇਸ ਸੋਚ ਦੇ ਨਾਲ ਕਿ ਅਸੀਂ ਜਦੋਂ ਅੱਜ ਇਸ ਇੰਡਸਟਰੀ ਦੇ ਵਿੱਚ ਬਹੁਤ ਹੀ ਅੱਗੇ ਵੱਧ ਚੁੱਕੇ ਹਾਂ, ਅਸੀਂ ਜਦੋਂ ਇਸ ਇੰਡਸਟਰੀ ਦੇ ਵਿੱਚ ਬੜੀ ਚੰਗੀ ਤਰ੍ਹਾਂ ਨਾਲ ਖੁੱਭ ਚੁੱਕੇ ਹਾਂ, ਤਾਂ ਇਹ ਸਾਡਾ ਫਰਜ਼ ਬਣਦਾ ਹੈ, ਇਹ ਸਾਡੀ ਇੱਕ ਇਖਲਾਕੀ ਡਿਊਟੀ ਵੀ ਬਣਦੀ ਹੈ ਔਰ ਕਹਿ ਲਓ ਕਿ ਸਾਡੀ ਸਰਕਾਰੀ ਤੌਰ ਤੇ ਵੀ ਸਾਡੀਆਂ ਡਿਊਟੀਆਂ ਬਣਦੀਆਂ ਕਿ ਅਸੀਂ ਆਪਣੇ ਆਪ ਨੂੰ ਇਸ ਇੰਡਸਟਰੀ ਦੇ ਹਾਣੀ ਕਰੀਏ। ਇਸ ਇੰਡਸਟਰੀ ਦੇ ਵਿੱਚ ਜੋ ਨਵੇਂ ਕੰਪਲਾਇੰਸ ਹਨ, ਜੋ ਨਵਾਂ ਲਾਅ ਹੈ, ਜਿਹੜਾ ਨਵੇਂ ਕਾਨੂੰਨ ਜਿਹੜੀ ਸਾਜੀ ਹੋ ਰਹੀ ਹੈ, ਉਸ ਕਾਨੂੰਨ ਦੇ ਅਸੀਂ ਆਪਣੇ ਆਪ ਵਿੱਚ ਧਾਰਨੀ ਹੋ ਸਕੀਏ, ਉਸ ਕਾਨੂੰਨ ਨੂੰ ਅਪਣਾ ਸਕੀਏ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ, ਇਹ ਸਾਰੀ ਸੋਚ ਨੂੰ ਲੈ ਕੇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਹਾਂ। ਜਿਹੜੀ ਗੱਲ ਮੈਂ ਸ਼ੁਰੂ ਵਿੱਚ ਕਹਿਣੀ ਹਮੇਸ਼ਾ ਹੀ ਜ਼ਰੂਰੀ ਸਮਝਦਾ ਔਰ ਆਖਿਰ ਵਿੱਚ ਵੀ ਕਹਿਣ ਦੀ ਕੋਸ਼ਿਸ਼ ਕਰਦਾ ਕਿ ਸਾਡਾ ਇਹ ਜਿਹੜਾ ਸ਼ੋਅ ਹੈ ਟਰਕਿੰਗ ਭਾਈਚਾਰਾ, ਇਸ ਨੂੰ ਤੁਸੀਂ ਸਾਡੇ YouTube ਚੈਨਲ ਟਰਕਿੰਗ ਭਾਈਚਾਰਾ ਨਾਂ ਦੇ YouTube ਚੈਨਲ ਤੇ ਜਾ ਕੇ ਵੀ ਸੁਣ ਸਕਦੇ ਹੋ। ਜਿਹੜੇ ਸੱਜਣ ਲਾਈਵ ਸਾਡੇ ਨਾਲ ਜੁੜ ਜਾਂਦੇ ਹਨ, ਉਹਨਾਂ ਤੋਂ ਇਲਾਵਾ ਜਿਹੜੇ ਸੱਜਣ ਇਸ ਤੋਂ ਬਾਅਦ ਵੀ ਜਾ ਕੇ ਸੁਣਨਾ ਚਾਹੁੰਦੇ ਹੋ ਤੇ ਉਹ ਸਾਡੇ ਟਰਕਿੰਗ ਭਾਈਚਾਰਾ ਤੇ ਜਾਂ ਮੇਰੇ Facebook ਪੇਜ ਤੇ ਆ ਕੇ ਸੁਣ ਸਕਦੇ ਹਨ। ਬਾਕੀ ਇਸ ਤੋਂ ਪਹਿਲਾਂ ਕਿ ਮੈਂ ਅੱਜ ਦਾ ਇਹ ਟਰਕਿੰਗ ਭਾਈਚਾਰਾ ਜਿਹੜਾ ਸ਼ੋਅ ਹੈ ਉਹਨੂੰ ਸ਼ੁਰੂ ਕਰਾਂ, ਅੱਜ ਦਾ ਜਿਹੜਾ ਟੌਪਿਕ ਹੈ ਮੈਂ ਉਹਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂ। ਇੱਕ ਡਿਸਕਲੇਮਰ ਜਿਹੜਾ ਕਿ ਮੈਂ ਹਮੇਸ਼ਾ ਹੀ ਆਪਣੇ ਬਚਾਓ ਵਾਸਤੇ ਕਹਿ ਲਓ ਕਿ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਸਾਡਾ ਇਹ ਜੋ ਵੀ ਅਸੀਂ ਤੁਹਾਡੇ ਨਾਲ ਹਰ ਐਤਵਾਰ ਨੂੰ ਸ਼ਾਮੀ 7 ਵਜੇ ਆਪਣੇ ਪ੍ਰੋਗਰਾਮ ਦੇ ਜ਼ਰੀਏ ਸਾਂਝਾ ਕਰਦੇ ਹਾਂ, ਉਹ ਕੇਵਲ ਸਾਡੇ ਪਿਛਲੇ 16-17 ਸਾਲ ਦੇ ਤਜਰਬੇ ਦੇ ਆਧਾਰਿਤ ਹੈ। ਕਿਉਂਕਿ ਸਾਨੂੰ ਪਿਛਲੇ 16-17 ਸਾਲ ਤੋਂ ਇਸ ਇੰਡਸਟਰੀ ਵਿੱਚ ਵਿਚਰਦਿਆਂ ਕਾਨੂੰਨੀ ਤੌਰ ਤੇ ਔਰ ਆਪ ਟਰਕਿੰਗ ਇੰਡਸਟਰੀ ਵਿੱਚ ਆਪ ਟਰੱਕ ਕੰਪਨੀ ਚਲਾਉਂਦੇ ਆ ਔਰ ਉਸ ਤੋਂ ਬਾਅਦ ਟਰਕਿੰਗ ਪਰਮਿਟਸ ਦੇ ਵਿੱਚ ਇੱਕ ਲੰਬਾ ਐਕਸਪੀਰੀਅੰਸ ਹੋਣ ਕਰਕੇ ਅਸੀਂ ਤਜਰਬੇ ਦੇ ਆਧਾਰ ਤੇ ਉੱਤੇ ਤੁਹਾਡੇ ਨਾਲ ਇਹ ਸਾਰੀ ਗੱਲਬਾਤ ਕਰਦੇ ਹਾਂ। ਸਾਡੀ ਕਿਸੇ ਵੀ ਕਈ ਗੱਲ ਨੂੰ ਤੁਸੀਂ ਕਦੇ ਵੀ ਕਿਸੇ ਕੋਰਟ ਦੇ ਵਿੱਚ ਜਾਂ ਕਦੀ ਕਿਸੇ ਸਾਡੇ ਖਿਲਾਫ ਕਿਸੇ ਅਦਾਲਤ ਦੇ ਵਿੱਚ ਜਾਂ ਕਿਸੇ ਡਿਪਾਰਟਮੈਂਟ ਦੇ ਕੋਲ ਸਾਡੇ ਖਿਲਾਫ ਇਸ ਚੀਜ਼ ਨੂੰ ਯੂਜ਼ ਨਹੀਂ ਕਰ ਸਕਦੇ ਜਾਂ ਬਤੌਰ ਐਵੀਡੈਂਸ ਜਾਂ ਬਤੌਰ ਗਵਾਹੀ ਇਸ ਨੂੰ ਨਹੀਂ ਲੈ ਕੇ ਜਾ ਸਕਦੇ। ਸੋ ਸਾਡਾ ਜਿਹੜਾ ਅੱਜ ਦਾ ਟੌਪਿਕ ਹੈ ਉਹ ਹੈ ਨਿਊ ਐਂਟਰੈਂਟ ਸੇਫਟੀ ਆਡਿਟ। ਇਸ ਤੋਂ ਪਹਿਲਾਂ ਕਿ ਮੈਂ ਨਿਊ ਐਂਟਰੈਂਟ ਸੇਫਟੀ ਪ੍ਰੋਗਰਾਮ ਬਾਰੇ ਹੀ ਸਪੈਸੀਫਿਕਲੀ ਗੱਲ ਕਰਾਂ, ਮੈਂ ਇਹ ਚਾਹਾਂਗਾ ਕਿ ਮੋਟੇ ਤਰ੍ਹਾਂ ਦੇ ਟੂਕ ਮਾਤਰ ਮੈਂ ਜਿਹੜੇ ਸਾਰੇ ਆਡਿਟ ਹੁੰਦੇ ਹਨ, ਜਦੋਂ ਸਾਰੇ ਆਡਿਟਸ ਦੀ ਗੱਲ ਕਰਾਂਗੇ ਤੇ ਬਿਲਕੁਲ ਇਹ ਕੁਦਰਤੀ ਹੈ ਕਿ ਅਸੀਂ ਹਰੇਕ ਆਡਿਟ ਨੂੰ ਇੱਕ ਪੂਰਾ ਸਮਾਂ ਦਿਆਂਗੇ, 20 ਤੋਂ 25 ਮਿੰਟ ਹਰੇਕ ਆਡਿਟ, ਜਿੰਨੇ ਵੀ ਤਰ੍ਹਾਂ ਦੇ ਆਡਿਟ ਹਨ ਉਹਨਾਂ ਨੂੰ ਮੈਂ ਜ਼ਰੂਰ ਦਿਆਂਗਾ ਆਪਣੇ ਵੱਖ-ਵੱਖ ਪ੍ਰੋਗਰਾਮਾਂ ਦੇ ਅੰਦਰ, ਕਿਉਂਕਿ ਅਸੀਂ ਇਹ ਪ੍ਰੋਗਰਾਮ ਨੂੰ ਬੜਾ ਲੰਬਾ ਲੈ ਕੇ ਜਾਣਾ ਹੈ ਔਰ ਬਾਰ-ਬਾਰ ਅਸੀਂ ਜਿਹੜੇ ਟੌਪਿਕਸ ਹੈ ਨਵੀਂ ਜਾਣਕਾਰੀ ਦੇ ਨਾਲ ਤੁਹਾਨੂੰ ਮੁਹੱਈਆ ਕਰਵਾਉਣੇ ਹਨ। ਅੱਜ ਮੈਂ ਮੋٹے ਜਿਹੜੇ ਖਾਸ ਕਰਕੇ ਜਿਹੜੇ ਆਡਿਟ ਇੱਕ ਟਰੱਕਰ ਨੂੰ ਫੇਸ ਕਰਨੇ ਪੈਂਦੇ ਹਨ ਜਾਂ ਜਿਨ੍ਹਾਂ ਆਡਿਟਸ ਦਾ ਸਾਡੇ ਟਰੱਕਰ ਵੀਰਾਂ ਨੂੰ ਸਾਹਮਣਾ ਕਰਨਾ ਪੈਂਦਾ, ਅੱਜ ਮੋٹے ਰੂਪ ਵਿੱਚ ਸਾਰੇ ਮੈਂ ਆਡਿਟਸ ਦੀ ਗੱਲ ਕਰਾਂਗਾ। ਪਰ ਜਿਹੜਾ ਸਾਡਾ ਮੁੱਦਾ ਹੈ ਅੱਜ ਦਾ ਉਹ ਨਿਊ ਐਂਟਰੈਂਟ ਸੇਫਟੀ ਪ੍ਰੋਗਰਾਮ ਹੈ। ਉਹ ਕਿਉਂ ਜ਼ਰੂਰੀ ਹੈ, ਉਹਨੂੰ ਨਾ ਪਰਫਾਰਮ ਕਰਨ ਦੀ ਸੂਰਤ ਦੇ ਵਿੱਚ, ਉਹਨੂੰ ਨਾ ਕਰਵਾਉਣ ਦੀ ਸੂਰਤ ਦੇ ਵਿੱਚ ਕਿਹੜੇ ਨੁਕਸਾਨ ਹੁੰਦੇ ਹਨ, ਔਰ ਮੈਂ ਆਪਣੇ ਜਾਤੀ ਆਧਾਰ ਦੇ ਉੱਤੇ, ਜਾਤੀ ਤਜਰਬੇ ਦੇ ਆਧਾਰ ਤੇ ਦੱਸਦਾ ਕਿ ਮੈਂ ਹਰ ਮਹੀਨੇ 5 ਤੋਂ 7 ਕੇਸ ਇਸ ਪ੍ਰੋਗਰਾਮ ਵਿੱਚ, ਇਸ ਨਿਊ ਐਂਟਰੈਂਟ ਪ੍ਰੋਗਰਾਮ ਦੇ ਦੌਰਾਨ, ਆਡਿਟ ਦੇ ਦੌਰਾਨ ਨਾ ਕਰਵਾਉਣ ਦੀ ਸੂਰਤ ਦੇ ਵਿੱਚ ਜਿਹੜੇ ਨੁਕਸਾਨ ਹੁੰਦੇ ਆ ਉਹ ਮੈਂ ਲੋਕਾਂ ਨੂੰ ਭੁਗਤਦੇ ਹੋਏ ਦੇਖਦਾ। ਸੋ ਅੱਜ ਆਪਾਂ ਬੜੇ ਡਿਟੇਲ ਵਿੱਚ ਗੱਲ ਕਰਾਂਗੇ ਮੋٹے ਰੂਪ ਵਿੱਚ ਜਿਹੜੇ ਆਡਿਟ
ਜਿਹੜੇ ਸਾਹਮਣਾ ਕਰਨਾ ਪੈਂਦਾ ਹੈ ਟਰੱਕਿੰਗ ਇੰਡਸਟਰੀ ਨੂੰ। ਮੈਂ ਆਈਰਸ ਆਡਿਟ ਦੀ ਗੱਲ, ਮੈਂ ਇਨਕਮ ਟੈਕਸ ਆਡਿਟ ਦੀ ਗੱਲ ਨਹੀਂ ਕਰਾਂਗਾ, ਕਿਉਂਕਿ ਉਹ ਕਿਸੇ ਵੀ ਬਿਜ਼ਨਸਮੈਨ ਨੂੰ, ਕਿਸੇ ਵੀ ਵਪਾਰਕ ਅਦਾਰੇ ਨੂੰ ਉਹ ਸਾਹਮਣਾ ਕਰਨਾ ਪੈ ਸਕਦਾ। ਪਰ ਖਾਸ ਤੌਰ ਤੇ ਟਰੱਕਿੰਗ ਨਾਲ ਸੰਬੰਧਿਤ ਜਿਹੜੇ ਆਡਿਟ ਹਨ, ਉਹਨਾਂ ਵਿੱਚ ਸਭ ਤੋਂ ਪਹਿਲਾ ਆਡਿਟ ਹੈ ਨਿਊ ਐਂਟਰੈਂਟ ਸੇਫਟੀ ਪ੍ਰੋਗਰਾਮ। ਇਹ ਕੀ ਹੈ, ਇਹਦੇ ਬਾਰੇ ਆਪਾਂ ਬੜੇ ਡਿਟੇਲ ਦੇ ਵਿੱਚ, ਬੜੀ ਤਫਸੀਲ ਦੇ ਵਿੱਚ ਗੱਲ ਕਰਾਂਗੇ। ਦੂਜਾ ਪ੍ਰੋਗਰਾਮ ਰੈਗੂਲਰ DOT ਆਡਿਟ, ਜਿਹੜਾ ਕਿ ਤੁਹਾਡਾ ਅਕਸਰ ਜਿਹੜਾ ਸੇਫਟੀ ਸਕੋਰ ਹੈ, ਜਦੋਂ ਉਹ ਉੱਪਰ ਜਾਂਦਾ ਹੈ, ਜਦੋਂ ਉਹ ਨਾਰਮਲ ਤੋਂ ਐਵਰੇਜ ਤੋਂ ਉੱਪਰ ਜਾਂਦਾ ਹੈ, ਤਾਂ ਉਸ ਵਕਤ ਤੁਹਾਡਾ ਨਾਰਮਲੀ ਆਡਿਟ, ਜਾਂ ਕੋਈ ਤੁਹਾਡਾ ਖਾਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਹੋਵੇ, ਜਾਂ 2-4 ਐਕਸੀਡੈਂਟ ਹੋਏ ਹੋਣ, ਜਾਂ ਤੁਹਾਡਾ ਕੋਈ ਡਰਾਈਵਰ ਬਾਰ-ਬਾਰ ਡਰੱਗ ਟੈਸਟ ਪੋਜ਼ਿਟਿਵ ਫੜਿਆ ਜਾਵੇ, ਜਾਂ ਕੋਈ ਖਾਸ ਗਲਤੀ ਤੁਹਾਡੀ ਕੰਪਨੀ ਵਿੱਚ ਅਗਰ ਹੁੰਦੀ ਹੈ, ਤਾਂ ਉਹਨਾਂ ਕੇਸਾਂ ਦੇ ਵਿੱਚ ਇਹ ਜਿਹੜੇ ਆਡਿਟ ਆ, ਤੁਹਾਡਾ ਜਿਹੜਾ DOT ਦਾ ਆਡਿਟ, ਜਿਹੜਾ ਰੈਗੂਲਰ ਆਡਿਟ ਹੈ, ਉਹ ਆਉਂਦਾ। ਉਸ ਤੋਂ ਬਾਅਦ ਅਗਲਾ ਜਿਹੜਾ ਆਡਿਟ ਕੈਲੀਫੋਰਨੀਆ ਦੇ ਵਿੱਚ, ਬਾਹਰਲੀਆਂ ਸਟੇਟਾਂ ਵਿੱਚ ਉਹ ਆਡਿਟ ਨਹੀਂ ਹੁੰਦਾ, ਪਰ ਕੈਲੀਫੋਰਨੀਆ ਜਿਹੜੀ ਸਟੇਟ ਹੈ ਉਹਦੇ ਵਿੱਚ ਤੁਹਾਨੂੰ ਬਿਟ ਇੰਸਪੈਕਸ਼ਨ, ਜਿਹਨੂੰ ਕਿਸੇ ਬਾਈਨੀਅਲ ਟਰਮੀਨਲ ਇੰਸਪੈਕਸ਼ਨ ਕਹਿੰਦੇ ਆ, ਜਾਂ ਬਾਈਨੀਅਲ ਇੰਸਪੈਕਸ਼ਨ ਆਫ ਟਰਮੀਨਲ ਬਿਟ ਇੰਸਪੈਕਸ਼ਨ ਕਹਿੰਦੇ ਆ, ਇਹ ਆਡਿਟ ਸਾਡਾ CHP ਕਰਦੀ ਹੈ। ਇਹ ਹਰ 2 ਸਾਲ ਬਾਅਦ, 23 ਮਹੀਨੇ ਤੋਂ ਬਾਅਦ, ਕਦੀ ਵੀ ਤੁਹਾਨੂੰ, ਜਦੋਂ ਵੀ ਉਹਨਾਂ ਦੇ ਕੋਲ ਟਾਈਮ ਹੋਵੇ, ਉਹ ਤੁਹਾਨੂੰ ਸਕੇਜੂਲ ਕਰ ਸਕਦੇ ਨੇ। ਉਸ ਤੋਂ ਬਾਅਦ ਜਿਹੜਾ ਅਗਲਾ ਆਡਿਟ ਹੈ, ਕਾਫੀ ਰੇਅਰ ਹੁੰਦਾ ਹੈ ਪਰ ਹੁੰਦਾ ਹੈ, ਉਹ ਹੈ IRP ਆਡਿਟ। IRP ਤੋਂ ਭਾਵ ਇੰਟਰਨੈਸ਼ਨਲ ਰਜਿਸਟ੍ਰੇਸ਼ਨ ਪਲਾਨ ਆਡਿਟ। ਜਿਹੜੀਆਂ ਅਸੀਂ ਬਾਹਰਲੀਆਂ ਪਲੇਟਾਂ, ਜਿਨ੍ਹਾਂ ਨੂੰ ਅਸੀਂ ਆਮ ਲੈਂਗੁਏਜ ਦੇ ਵਿੱਚ ਬਾਹਰਲੀਆਂ ਪਲੇਟਾਂ ਕਹਿੰਦੇ ਆ, ਜਿਹਨਾਂ ਨੂੰ ਅਸੀਂ ਅਪੋਰਸ਼ਨ ਪਲੇਟਾਂ ਕਹਿੰਦੇ ਆ, ਕਿਉਂਕਿ ਉਹਦੇ ਵਿੱਚ ਅਸੀਂ ਬਕਾਇਦਾ ਹਰ ਸਾਲ ਇੱਕ ਮਾਈਲੇਜ ਆਪਣੀ ਜਿਹੜੀ ਆ ਉਹ ਡਿਕਲੇਅਰ ਕਰਦੇ ਆ। ਪਿਛਲੇ 4 ਕੁਆਟਰ ਜਿਹੜੇ ਆ, ਇੱਕ ਖਾਸ ਤੌਰ ਤੇ ਉਹ ਡਿਜ਼ਾਈਨਡ ਇੱਕ ਕੁਆਟਰ ਹੁੰਦੇ ਆ, ਜਿਨ੍ਹਾਂ ਵਿੱਚੋਂ ਉਹ 4 ਕੁਆਟਰਸ ਦੀ ਜਿਹੜੀ ਹੈਗੀ ਆ, ਉਹ ਅਸੀਂ ਮਾਈਲੇਜ ਸਕੇਜੂਲ B ਦੇ ਉੱਤੇ ਭਰ ਕੇ ਭੇਜਦੇ ਆ। ਉਸ ਮਾਈਲੇਜ ਨੂੰ ਅਸੀਂ ਕਿਵੇਂ ਲੈਨੇ ਆ, ਉਸ ਮਾਈਲੇਜ ਨੂੰ ਅਸੀਂ ਕਿਵੇਂ, ਜਦੋਂ ਅਸੀਂ ਉਹ ਮਾਈਲੇਜ ਭਰਦੇ ਆ, ਤਾਂ ਉਹਦਾ ਸੋਰਸ ਕੀ ਹੈ, ਅਸੀਂ ਉਹ ਮਾਈਲੇਜ ਕਿਵੇਂ ਕਲੈਕਟ ਕੀਤੀ ਹੈ। ਸੋ ਉਸ ਸੋਰਸ ਨੂੰ ਦੇਖਣ ਵਾਸਤੇ ਸਾਡਾ ਉਹ ਮਾਈਲੇਜ ਦਾ ਸੋਰਸ ਕੀ ਹੈ, ਉਹਦਾ ਆਡਿਟ ਹੋ ਸਕਦਾ ਹੈ। ਉਹਦੇ ਵਿੱਚ ਹੋਰ ਅੱਗੇ ਜਦੋਂ ਉਸ ਆਡਿਟ ਦੀ ਗੱਲ ਕਰਾਂਗੇ, ਉਹਦੀ ਤਫਸੀਲ ਦੇ ਵਿੱਚ ਜਾਵਾਂਗੇ, ਪਰ ਅੱਜ ਦੇ ਲਈ ਇੰਨਾ ਕਾਫੀ ਹੈ ਕਿ IRP ਆਡਿਟ ਜਿਹੜਾ ਉਹ ਵੀ ਸਾਡਾ ਹੋ ਸਕਦਾ ਹੈ। ਇੱਕ ਜਿਹੜਾ ਆਮ ਕਰਕੇ ਆਡਿਟ ਸਾਡਾ ਹੁੰਦਾ, IFTA ਆਡਿਟ, ਇੰਟਰਨੈਸ਼ਨਲ ਫਿਊਲ ਟੈਕਸ ਐਗਰੀਮੈਂਟ, ਜਿਹੜਾ ਕਿ ਅਸੀਂ ਕੁਆਟਰਲੀ ਫਾਈਲ ਕਰਨਾ ਹੁੰਦਾ, ਉਹਦਾ ਆਡਿਟ ਸਾਡਾ ਅਕਸਰ ਹੋ ਜਾਂਦਾ ਹੈ। ਉਹਦੇ ਵਿੱਚ ਵੀ ਸੇਮ ਕਿ ਸਾਡਾ ਸੋਰਸ ਕੀ ਹੈ, ਜਦੋਂ ਅਸੀਂ ਇੱਕ ਮਾਈਲੇਜ ਜਾਂ ਫਿਊਲ ਟੈਕਸ ਭਰਿਆ, ਤਾਂ ਉਹਦਾ ਕੀ ਸਾਡਾ ਸੋਰਸ ਹੈ, ਉਹਨੂੰ ਅਸੀਂ ਪ੍ਰੂਵ ਕਰਨਾ ਹੁੰਦਾ ਹੈ। ਉਹ ਸਾਡਾ ਜਿਹੜਾ IFTA ਆਡਿਟ ਦੇ ਵਿੱਚ ਆਉਂਦਾ। ਔਰ ਜਿਹੜਾ IFTA ਆਡਿਟ ਹੈ, ਇਹ ਵੀ ਇੱਕ ਬੜਾ ਹੀ ਜ਼ਰੂਰੀ ਆਡਿਟ ਹੈ, ਔਰ ਇਹਦੇ ਵਿੱਚ ਅਕਸਰ ਅਸੀਂ ਪੈਨਲਟੀ ਖਾ ਜਾਂਦੇ ਆ, ਅਕਸਰ ਸਾਨੂੰ ਪੈਨਲਟੀ ਦੇਣ ਦੀ ਲੋੜ ਪੈ ਜਾਂਦੀ ਹੈ। ਇਸ ਤੋਂ ਅੱਗੇ ਇੱਕ ਆਉਂਦਾ ਹੈ ਟੈਕਸ ਐਗਜ਼ੈਂਪਸ਼ਨ। ਉਹ ਬੋਰਡ ਰੈਗੂਲੇਸ਼ਨ ਦੇ ਨਾਲ, ਜਾਂ ਕਹ ਲਓ ਕਿ ਸੇਲ ਟੈਕਸ ਡਿਪਾਰਟਮੈਂਟ ਦੇ ਨਾਲ ਉਹ ਸੰਬੰਧਿਤ ਆਡਿਟ ਹੈ। ਜਦੋਂ ਅਸੀਂ ਟ੍ਰੇਲਰ ਦੀ ਟੈਕਸ ਐਗਜ਼ੈਂਪਸ਼ਨ ਕਰਵਾਉਂਦੇ ਆ ਕੈਲੀਫੋਰਨੀਆ ਵਿੱਚ ਰਜਿਸਟਰਡ ਕਰਵਾਉਣ ਵਾਸਤੇ, ਤਾਂ ਕੋਈ ਸਾਲ ਤੋਂ ਲੈ ਕੇ 2 ਸਾਲ ਦੇ ਅੰਦਰ ਅੰਦਰ ਸਾਡਾ ਟੈਕਸ ਐਗਜ਼ੈਂਪਸ਼ਨ ਦਾ ਆਡਿਟ ਆਉਂਦਾ। ਉਹ ਪਹਿਲੇ 6 ਮਹੀਨੇ ਦਾ ਆਉਂਦਾ। ਉਹ ਕਿਉਂ ਹੁੰਦਾ, ਉਹਦੇ ਵਿੱਚ ਕੀ ਕੀ ਅਸੀਂ ਪੇਪਰ ਵਰਕ ਦੇਣਾ ਹੁੰਦਾ, ਇਹ ਅਸੀਂ ਉਸ ਟੌਪਿਕ ਵਿੱਚ, ਜਿਸ ਦਿਨ ਉਸ ਟੌਪਿਕ ਦੀ ਗੱਲ ਕਰਾਂਗੇ, ਉਹਦੇ ਵਿੱਚ ਇਸ ਚੀਜ਼ ਨੂੰ ਕਵਰ ਕੀਤਾ ਜਾਏਗਾ। ਉਸ ਤੋਂ ਬਾਅਦ ਜਿਹੜਾ ਇੱਕ ਹੋਰ ਬੜਾ ਖਤਰਨਾਕ ਆਡਿਟ, ਜਿਹਦੇ ਵਿੱਚ ਅਕਸਰ ਅਸੀਂ ਪੈਨਲਟੀ ਖਾਂਦੇ ਹਾਂ, ਉਹ ਹੈ ਔਰੇਗਨ ਆਡਿਟ। ਔਰੇਗਨ ਦੀ ਮਾਈਲੇਜ, ਕਿਉਂਕਿ ਔਰੇਗਨ ਸਟੇਟ ਜਿਹੜੀ ਆ, ਉਹ ਮਾਈਲੇਜ ਦੇ ਮਾਮਲੇ 'ਚ ਬੜੀ ਸਟ੍ਰਿਕਟ ਸਟੇਟ ਹੈਗੀ ਆ, ਔਰ ਖਾਸ ਕਰਕੇ ਬੜੀ ਮਹਿੰਗੀ ਸਟੇਟ ਹੈ, ਕਿਉਂਕਿ ਲਗਭਗ 20 ਸੈਂਟ ਪਰ ਮਾਈਲੇਜ ਹੋਣ ਕਾਰਨ ਜਦੋਂ ਅਸੀਂ ਇੱਕ ਟ੍ਰਿਪ ਔਰੇਗਨ ਦਾ ਲਾ ਕੇ ਆਉਨੇ ਆ ਵਾਸ਼ਿੰਗਟਨ ਨੂੰ ਜਾਂਦੇ ਆ, ਇੱਕ ਵਾਰ ਜਾਂਦੇ ਆ ਔਰ ਵਾਪਸ ਆਉਨੇ ਆ, ਜਿਹੜੇ ਟਰੱਕਰ ਵੀਰ ਉਸ ਰਾਊਟ ਤੇ ਚੱਲਦੇ ਆ, ਉਹ ਸਮਝਦੇ ਆ ਕਿ ਲਗਭਗ 612 ਮਾਈਲਸ ਅਸੀਂ ਔਰੇਗਨ ਵਿੱਚ ਦੇ ਨਿਕਲਦੇ ਆ ਆਉਣ ਜਾਣ, ਤੇ ਉਹਨਾਂ ਦਾ ਜਿਹੜਾ ਟੈਕਸ ਹੈ ਉਹ ਕਰੀਬ $120 ਬਣਦਾ। ਸੋ ਉਹਦੇ ਵਿੱਚ ਅਗਰ ਥੋੜੀ ਬਹੁਤੀ ਵੀ ਅਸੀਂ ਡਿਸਕ੍ਰਿਪੈਂਸੀ ਪਾਉਨੇ ਆ, ਜਾਂ ਕਹ ਲਓ ਕਿ ਅਸੀਂ ਉਹਦੇ ਵਿੱਚ ਗਲਤੀ ਕਰਦੇ ਆ, ਜਾਂ ਅਸੀਂ ਕੋਈ ਮਾਈਲੇਜ ਨੂੰ ਹਾਈਡ ਕਰਨ ਦੀ ਕੋਸ਼ਿਸ਼ ਕਰਦੇ ਆ, ਛੁਪਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਉਹਦੇ ਵਾਸਤੇ ਜਿਹੜਾ ਔਰੇਗਨ ਸਟੇਟ ਹੈ ਉਹ ਆਪਣਾ ਆਡਿਟ ਕਰਦੀ ਹੈ, ਔਰ ਉਹ ਬੜਾ ਐਕੂਰੇਟ ਆਡਿਟ ਹੁੰਦਾ। ਉਹਦੇ ਵਿੱਚ ਕਿਸੇ ਵੀ ਕਿਸਮ ਦੀ ਗਲਤੀ ਜਿਹੜੀ ਹੈ ਉਹ ਬਰਦਾਸ਼ਤ ਸਟੇਟ ਵੱਲੋਂ ਨਹੀਂ ਕੀਤੀ ਜਾਂਦੀ। ਉਸ ਤੋਂ ਅੱਗੇ ਸਾਡਾ ਜਿਹੜਾ ਅੱਜ ਦਾ ਟੌਪਿਕ ਹੈ
ਉਹ ਹੈ ਨਿਊ ਐਂਟਰੈਂਟ ਸੇਫਟੀ ਪ੍ਰੋਗਰਾਮ। ਜਿਹੜੇ ਬਾਕੀ ਟੌਪਿਕ ਆ ਜਦੋਂ ਅਸੀਂ ਉਹਨਾਂ ਨੂੰ ਕਵਰ ਕਰਾਂਗੇ ਉਹਦੇ ਬਾਰੇ ਇਕੱਲੇ ਬਾਰੇ ਗੱਲ ਕਰਾਂਗੇ। ਨਿਊ ਐਂਟਰੈਂਟ ਸੇਫਟੀ ਪ੍ਰੋਗਰਾਮ ਜਿਹੜਾ ਇਹ ਬਹੁਤ ਇੱਕ ਛੋਟਾ ਆਡਿਟ ਹੁੰਦਾ, ਇਹਦੇ ਬਾਰੇ ਗੱਲਬਾਤ ਵੀ ਸਾਡੀ ਬੜੀ ਛੋਟੀ ਹੋਵੇਗੀ, ਪਰ ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਵੱਡੀ ਹੈ। ਪਹਿਲਾਂ ਮੈਂ ਦੱਸ ਦਿਆਂ ਕਿ ਨਿਊ ਐਂਟਰੈਂਟ ਸੇਫਟੀ ਆਡਿਟ ਚੀਜ਼ ਕੀ ਹੈ। ਸੋ ਜਦੋਂ ਵੀ ਅਸੀਂ ਐਜ਼ ਅ ਟਰੱਕਰ, ਜਦੋਂ ਵੀ ਸਾਡੇ ਕੋਲ ਟਰੱਕਰ ਵੀਰ ਆਪਣੀ ਇੰਟਰਸਟੇਟ DOT ਅਪਲਾਈ ਕਰਦੇ ਹਨ ਤਾਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਇੱਕ ਆਡਿਟ ਜਿਹੜਾ ਉਹਨਾਂ ਦਾ ਪਰਫਾਰਮ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਕੋਵਿਡ ਤੋਂ ਪਹਿਲਾਂ ਇਹ ਜਿਹੜਾ ਸੇਫਟੀ ਆਡਿਟ ਸੀ ਉਹ ਜ਼ਿਆਦਾਤਰ ਆਫੀਸਰ ਜਾਂ ਇੰਸਪੈਕਟਰ ਤੁਹਾਡੇ ਘਰੇ ਆ ਕੇ ਕਰਦੇ ਸੀ, ਪਰ ਹੁਣ ਜਦੋਂ ਦਾ ਕੋਵਿਡ ਸਟਾਰਟ ਹੋਇਆ ਇਹ ਸੇਫਟੀ ਆਡਿਟ ਅਕਸਰ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਹਾਨੂੰ ਆਪਣੇ ਡਾਕੂਮੈਂਟ ਜਿਹੜੇ ਆ ਉਹ ਅਪਲੋਡ ਕਰਨੇ ਪੈਂਦੇ ਹਨ। ਉਹ ਕਿਹੜੇ ਡਾਕੂਮੈਂਟ ਹਨ ਉਹਦੇ ਬਾਰੇ ਆਪਾਂ ਜਲਦੀ ਗੱਲਬਾਤ ਕਰਾਂਗੇ। ਨਿਊ ਐਂਟਰੈਂਟ ਪ੍ਰੋਗਰਾਮ ਕੀ ਹੈ? ਜਦੋਂ ਵੀ ਅਸੀਂ ਇੰਟਰਸਟੇਟ DOT ਅਪਲਾਈ ਕਰਦੇ ਹਾਂ ਤਾਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਸਾਡੀ ਕੰਪਨੀ ਨੂੰ ਪਹਿਲੇ 18 ਮਹੀਨੇ ਤੱਕ ਨਿਊ ਐਂਟਰੈਂਟ ਪ੍ਰੋਗਰਾਮ ਦੇ ਅਧੀਨ ਟ੍ਰੀਟ ਕਰਦਾ ਹੈ। ਸੋ ਕਹਿਣ ਦਾ ਭਾਵ ਕਿ ਜਦੋਂ ਅਸੀਂ DOT ਅਪਲਾਈ ਕਰਦੇ ਹਾਂ ਤਾਂ ਪਹਿਲੇ 18 ਮਹੀਨੇ ਵਾਸਤੇ ਸਾਡੀ ਕੰਪਨੀ ਨੂੰ ਨਿਊ ਐਂਟਰੈਂਟ ਕੰਪਨੀ ਹੀ ਮੰਨਿਆ ਜਾਂਦਾ ਹੈ, ਜਿਹਦੇ ਵਿੱਚ ਸਾਡਾ ਨਿਊ ਐਂਟਰੈਂਟ ਸੇਫਟੀ ਪ੍ਰੋਗਰਾਮ ਹੁੰਦਾ ਹੈ। ਅਗਰ ਅਸੀਂ ਉਹਦੇ ਵਿੱਚ ਬਹੁਤ ਵਧੀਆ ਪਰਫਾਰਮ ਕਰਦੇ ਹਾਂ, ਸਾਡੇ ਕੋਲ ਜ਼ਿਆਦਾ ਆਡਿਟ ਵੱਡੇ ਨਹੀਂ ਹੁੰਦੇ, ਤਾਂ ਸਾਨੂੰ 18 ਮਹੀਨੇ ਬਾਅਦ ਬਕਾਇਦਾ ਇੱਕ ਲੈਟਰ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੋਂ ਆਉਂਦੀ ਹੈ ਕਿ ਤੁਹਾਡੀ ਕੰਪਨੀ ਜਿਹੜੀ ਹੈ ਉਹ ਨਿਊ ਐਂਟਰੈਂਟ ਪ੍ਰੋਗਰਾਮ ਤੋਂ ਬਾਹਰ ਜਾ ਚੁੱਕੀ ਹੈ, ਭਾਵ ਕਿ ਤੁਸੀਂ ਸੇਫ ਜ਼ੋਨ ਦੇ ਵਿੱਚ ਹੋ। ਜਦ ਤੱਕ ਅਸੀਂ ਨਿਊ ਐਂਟਰੈਂਟ ਪ੍ਰੋਗਰਾਮ ਦੇ ਵਿੱਚ ਰਹਿੰਦੇ ਹਾਂ ਤਾਂ ਕਿਸੇ ਹੱਦ ਤੱਕ ਅਸੀਂ ਸੇਫ ਨਹੀਂ ਹੁੰਦੇ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਸਾਡੀ DOT ਜਿਹੜੀ ਇਨਐਕਟਿਵ ਕਰਨ ਦਾ ਹੱਕ ਰਹਿੰਦਾ। ਵੈਸੇ ਤਾਂ 18 ਮਹੀਨੇ ਤੋਂ ਬਾਅਦ ਵੀ ਅਗਰ ਅਸੀਂ ਗਲਤੀ ਕਰਦੇ ਹਾਂ ਤਾਂ ਇਹ ਸਾਨੂੰ ਜਿਹੜੀ ਸਾਡੀ ਕੰਪਨੀ ਹੈ ਉਹਨੂੰ ਇਨਐਕਟੀਵੇਟ ਕੀਤਾ ਜਾ ਸਕਦਾ, ਪਰ ਨਿਊ ਐਂਟਰੈਂਟ ਪ੍ਰੋਗਰਾਮ ਦੇ ਵਿੱਚ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਸਾਡੀ DOT ਦੇ ਉੱਤੇ ਖਾਸ ਧਿਆਨ ਰੱਖਦਾ ਹੈ, ਸਾਡੇ ਸਕੋਰਸ ਦੇ ਉੱਤੇ ਖਾਸ ਧਿਆਨ ਰੱਖਦਾ ਹੈ। ਸੋ ਨਿਊ ਐਂਟਰੈਂਟ ਪ੍ਰੋਗਰਾਮ ਦਾ ਸੇਫਟੀ ਆਡਿਟ ਜਿਹੜਾ ਆ ਉਹ ਬਹੁਤ ਜਲਦੀ ਆਉਂਦਾ ਹੈ। ਅਕਸਰ ਜਿਹੜੇ ਨਵੇਂ ਲੋਕ ਇਸ ਫੀਲਡ ਵਿੱਚ ਆਉਂਦੇ ਆ, ਖਾਸ ਕਰਕੇ ਜਿਹੜੇ ਨਵੇਂ ਲੜਕੇ ਜਿਹੜੇ ਉਹ ਆਪਣੀ ICC DOT ਨੰਬਰ ਤਾਜ਼ਾ ਲੈਂਦੇ ਹਨ ਔਰ ਉਹ ਇਸ ਗੱਲ ਨੂੰ ਜ਼ਿਆਦਾ ਸੀਰੀਅਸਲੀ ਨਹੀਂ ਲੈਂਦੇ ਕਿ ਇਹ ਪ੍ਰੋਗਰਾਮ ਜਾਂ ਜਿਹੜਾ ਆਡਿਟ ਹੈ ਉਹ ਕਿੰਨਾ ਕੁ ਜ਼ਰੂਰੀ ਹੈ। ਸੇਫਟੀ ਆਡਿਟ ਨਿਊ ਐਂਟਰੈਂਟ ਸੇਫਟੀ ਪ੍ਰੋਗਰਾਮ ਦੇ ਵਿੱਚ ਇੰਸਪੈਕਟਰ ਵੱਲੋਂ 2-3 ਤਰ੍ਹਾਂ ਨਾਲ ਤੁਹਾਨੂੰ ਕੰਟੈਕਟ ਕੀਤਾ ਜਾਂਦਾ ਹੈ। ਪਹਿਲਾ ਹੁੰਦਾ ਹੈ ਕਿ ਉਹ ਤੁਹਾਨੂੰ ਈਮੇਲ ਕਰ ਸਕਦੇ ਆ, ਤੁਹਾਨੂੰ ਕਾਲ ਕਰ ਸਕਦੇ ਆ ਜਾਂ ਤੁਹਾਨੂੰ ਲੈਟਰ ਪਾ ਸਕਦੇ ਆ। ਔਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲ ਕੇਵਲ 20 ਦਿਨ ਹੁੰਦੇ ਹਨ। ਮੇਰਾ ਅੱਜ ਦਾ ਇਸ ਪ੍ਰੋਗਰਾਮ ਨੂੰ ਕਵਰ ਕਰਨ ਦਾ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਕਾਰਨ ਹੈ ਉਹ ਇਹ ਹੈ ਕਿ ਇਸ ਪ੍ਰੋਗਰਾਮ ਦੇ ਅਧੀਨ ਜਦੋਂ ਤੁਹਾਡਾ ਆਡਿਟ ਹੁੰਦਾ ਤਾਂ ਤੁਹਾਡੇ ਕੋਲ ਸਿਰਫ ਤੇ ਸਿਰਫ 20 ਦਿਨ ਹੁੰਦੇ ਹਨ ਇਸ ਆਡਿਟ ਨੂੰ ਪਰਫਾਰਮ ਕਰਨ ਵਾਸਤੇ। ਸੋ ਮੇਰੀ ਖਾਸ ਤੌਰ ਤੇ ਬੇਨਤੀ ਹੈ ਉਹਨਾਂ ਵੀਰਾਂ ਨੂੰ, ਉਹਨਾਂ ਸੱਜਣਾਂ ਨੂੰ ਜਿਹੜੇ ਨਵੇਂ DOT ਅਪਲਾਈ ਕਰ ਰਹੇ ਹਨ ਕਿ ਪਹਿਲੇ 90 ਦਿਨ, ਕਿਉਂਕਿ ਮੋਸਟਲੀ ਜਿਹੜਾ ਆਡਿਟ ਹੈ ਇਹ 30 ਤੋਂ ਲੈ ਕੇ 40 ਦਿਨ ਦੇ ਵਿੱਚ, ਹੱਦ 50 ਦਿਨ ਦੇ ਵਿੱਚ ਤੁਹਾਡਾ ਨਿਕਲਿਆ ਹੁੰਦਾ ਹੈ। ਫਿਰ ਵੀ ਡਿਪੈਂਡ ਕਰਦਾ ਕਿ ਤੁਹਾਡੇ ਏਰੀਆ ਦਾ ਜਿਹੜਾ ਇੰਸਪੈਕਟਰ ਹੈ ਉਹ ਕਿੰਨਾ ਕੁ ਬਿਜ਼ੀ ਚੱਲ ਰਿਹਾ। ਜਦੋਂ ਤੁਹਾਡਾ ਇੰਸਪੈਕਟਰ ਜ਼ਿਆਦਾ ਬਿਜ਼ੀ ਤੇ ਇਸ ਤੋਂ ਵੱਧ ਟਾਈਮ ਲੱਗ ਸਕਦਾ, ਪਰ ਨਾਰਮਲੀ 30 ਦਿਨ ਤੋਂ ਲੈ ਕੇ 45-50 ਦਿਨ ਦੇ ਵਿੱਚ ਅਕਸਰ ਅਸੀਂ ਇਸ ਆਡਿਟ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ। ਇੱਕ ਸਿੰਪਲ 1 ਪੇਜ ਦੀ ਲੈਟਰ ਹੁੰਦੀ ਹੈ ਜਿਹਦੇ ਪਿੱਛੇ 2 ਪੇਜ ਜਿਹੜੇ ਆ ਉਹ ਡਾਕੂਮੈਂਟ ਰਿਕੁਆਇਰਮੈਂਟ ਹੁੰਦੀਆਂ ਹਨ। ਪਹਿਲੇ ਪੇਜ ਦੇ ਉੱਤੇ ਸਿੰਪਲ ਇੰਨਾ ਲਿਖਿਆ ਹੁੰਦਾ ਕਿ ਤੁਸੀਂ ਆਪਣਾ ਇਸ ਵੈਬਸਾਈਟ ਦੇ ਉੱਤੇ ਜਾ ਕੇ ਉਹਦਾ ਲਿੰਕ ਭੇਜਿਆ ਜਾਂਦਾ ਕਿ ਇਸ ਲਿੰਕ ਦੇ ਉੱਤੇ ਜਾ ਕੇ ਆਪਣਾ ਪਿਨ ਨੰਬਰ ਪਾ ਕੇ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਉਹ ਅਪਲੋਡ ਕਰ ਦਿਓ ਤੇ ਤੁਹਾਡੇ ਕੋਲ ਸਿਰਫ ਕੇਵਲ 20 ਦਿਨ ਹਨ। ਤੇ ਅਕਸਰ ਇਹਦੇ ਵਿੱਚ ਉਹ ਤੁਹਾਨੂੰ ਐਕਸਟੈਂਸ਼ਨ ਵੀ ਨਹੀਂ ਪ੍ਰੋਵਾਈਡ ਕਰਦੇ। ਖਾਸ ਕਰਕੇ ਸਾਡੇ ਲੋਕ ਸੱਜਣ ਜਿਹੜੇ ਲੌਂਗ ਰੂਟ ਤੇ ਚੱਲਦੇ ਹਨ ਉਹ 5 ਤੋਂ ਲੈ ਕੇ 10 ਦਿਨ ਦਾ ਗੇੜਾ ਆਰਾਮ ਨਾਲ ਲਗਾ ਕੇ ਆਉਂਦੇ ਹਨ। ਇੱਕ ਅੱਧੀ ਵਾਰੀ ਵੀ ਅਗਰ ਉਹ ਲੈਟਰ ਮਿਸ ਕਰ ਜਾਣ ਤਾਂ ਦੂਜੇ ਗੇੜੇ ਤੱਕ ਆਉਂਦੇ ਆ ਉਹਨਾਂ ਦੀ DOT ਜਿਹੜੀ ਹੈ ਉਹ ਇਨਐਕਟਿਵ ਹੋ ਜਾਂਦੀ ਹੈ। ਸੋ
ਜਿਹੜੇ ਵੀ ਟਰੱਕਰ ਵੀਰ ਸਿੰਗਲ ਓਨਰ ਆਪਰੇਟਰ ਹਨ, ਜਿਹੜੇ ਨਵੀਂ ਡੀਓਟੀ ਅਪਲਾਈ ਕਰਦੇ ਹਨ, ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੀ ਲੈਟਰਸ ਬਹੁਤ ਧਿਆਨ ਦੇ ਨਾਲ ਦੇਖਣ, ਕੋਸ਼ਿਸ਼ ਕਰਨ ਕਿ ਹਰ ਹਫਤੇ ਆਪ ਚੈੱਕ ਕਰਨ ਜਾਂ ਕਿਸੇ ਖਾਸ ਸੱਜਣ ਦੀ ਜਾਂ ਪਰਿਵਾਰਕ ਮੈਂਬਰ ਦੀ ਡਿਊਟੀ ਲਾਉਣ, ਔਰ ਜਿੰਨੀਆਂ ਵੀ ਜਾਂ ਜਿਹੜੇ ਵੀ ਏਜੰਟ ਨੇ ਉਹਨਾਂ ਨੂੰ ਉਹਨਾਂ ਦੀ ਡੀਓਟੀ ਨੰਬਰ ਅਪਲਾਈ ਕੀਤਾ, ਜਦੋਂ ਵੀ ਇਹ ਲੈਟਰ ਉਹਨਾਂ ਨੂੰ ਮਿਲਦੀ ਹੈ ਤਾਂ ਤੁਰੰਤ ਜਿਹੜੀ ਲੈਟਰ ਹੈ ਉਹ ਆਪਣੇ ਏਜੰਟ ਨੂੰ ਪਹੁੰਚਾਈ ਜਾਵੇ, ਔਰ ਉਹ ਤੋਂ ਜਿਹੜਾ ਵੀ ਉਹਦਾ ਹੱਲ ਹੈ ਕਿ ਕਿਵੇਂ ਆਡਿਟ ਕਰਵਾਉਣਾ ਉਹ ਉਹਨੂੰ ਪੁੱਛਿਆ ਜਾਵੇ। ਨਾ ਕਰਵਾਉਣ ਦੀ ਸੂਰਤ ਵਿੱਚ ਕੀ ਹੁੰਦਾ ਹੈ, ਅਗਰ ਅਸੀਂ 20 ਦਿਨ ਦੇ ਵਿੱਚ ਨਹੀਂ ਕਰਵਾਉਂਦੇ ਤਾਂ ਤੁਹਾਨੂੰ ਇੱਕ ਲੈਟਰ ਜਿਹੜੀ ਹੈ ਉਸ ਤੋਂ ਬਾਅਦ ਪਾਈ ਜਾਂਦੀ ਹੈ, ਜਿਹਦੇ ਵਿੱਚ ਸਪਸ਼ਟ ਇਹ ਗੱਲ ਲਿਖੀ ਜਾਂਦੀ ਹੈ ਕਿ ਅਸੀਂ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ 3 ਅਲੱਗ-ਅਲੱਗ ਤਰ੍ਹਾਂ ਦੇ ਮੈਥਡ ਦੇ ਰਾਹੀਂ। ਔਰ ਮੈਂ ਇਹ ਗੱਲ ਕਹਿ ਦਿਆਂ ਕਿ ਜਦੋਂ ਸਾਡੇ ਕੋਲ ਡੀਓਟੀ ਸਸਪੈਂਡ ਹੋਣ ਤੋਂ ਬਾਅਦ ਸੱਜਣ ਆਉਂਦੇ ਆ ਤਾਂ ਉਹਨਾਂ ਦਾ ਇੱਕ ਹੀ ਬਹਾਨਾ ਹੁੰਦਾ ਕਿ ਭਾਜੀ ਮੈਨੂੰ ਤਾਂ ਲੈਟਰ ਮਿਲੀ ਨਹੀਂ। ਇਹ ਇੱਕ 99.9% ਜਿਹੜਾ ਇਹ ਸਾਡਾ ਜਿਹੜਾ ਬਹਾਨਾ ਸਾਡੇ ਕੋਲ ਹੁੰਦਾ ਕਿ ਮੈਨੂੰ ਇਹ ਲੈਟਰ ਮਿਲੀ ਨਹੀਂ, ਜਦਕਿ ਐਸਾ ਬਿਲਕੁਲ ਵੀ ਨਹੀਂ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ 100% ਇਹ ਲੈਟਰ ਭੇਜਦਾ ਔਰ 100% ਤੁਹਾਨੂੰ 3 ਤਰ੍ਹਾਂ ਨਾਲ ਉਹ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ। ਸੋ ਇਹ ਸਾਡੀ ਗਲਤੀ ਹੈ ਕਿ ਅਸੀਂ ਹਮੇਸ਼ਾ ਇਸ ਚੀਜ਼ ਨੂੰ ਬਹੁਤ ਛੋਟੀ ਚੀਜ਼ ਸਮਝ ਕੇ ਇਗਨੋਰ ਕਰ ਦਿੰਦੇ ਹਾਂ ਔਰ ਇਹਦਾ ਜਿਹੜਾ ਖਮਿਆਜਾ ਸਾਨੂੰ ਭੁਗਤਣਾ ਪੈਂਦਾ। ਹੁਣ ਨੁਕਸਾਨ ਕੀ ਹੈ? ਜਦੋਂ ਡੀਓਟੀ ਤੁਹਾਡੀ ਸਸਪੈਂਸ਼ਨ ਵਿੱਚ ਪੈ ਜਾਂਦੀ ਹੈ, ਅਗਰ ਦੂਜੇ ਲੈਟਰ ਦੇ ਉੱਤੇ ਅਸੀਂ ਉਸ ਡਿਪਾਰਟਮੈਂਟ ਦੇ ਸੰਬੰਧਿਤ ਆਫੀਸਰ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਜਾਂ ਅਸੀਂ ਕੋਸ਼ਿਸ਼ ਅਖੀਰਲੇ ਦਿਨਾਂ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਜਿਹੜਾ ਆਫੀਸਰ ਹੈ ਉਹ ਬਿਜ਼ੀ ਹੈ, ਉਹ ਤੁਹਾਨੂੰ ਨਹੀਂ ਕੰਟੈਕਟ ਕਰ ਸਕਿਆ, ਜਾਂ ਉਹਨੂੰ ਤੁਹਾਡੀ ਅਪਰੋਚ ਬਾਰੇ ਕਿ ਤੁਸੀਂ ਮੈਨੂੰ ਅਪਰੋਚ ਕਰ ਰਹੇ ਹੋ, ਉਹਨੂੰ ਤੁਹਾਡੀ ਅਪਰੋਚ ਬਾਰੇ ਨਹੀਂ ਪਤਾ ਲੱਗਿਆ, ਤਾਂ ਉਹ ਵੀ ਤੁਹਾਡੇ ਅਗੇਂਸਟ ਜਾਂ ਤੁਹਾਡੇ ਖਿਲਾਫ ਗੱਲ ਜਾਂਦੀ ਹੈ। ਇਸ ਤੋਂ ਬਾਅਦ ਜਿਹੜੀ ਉਹ ਡੇਟ ਹੁੰਦੀ ਹੈ ਆਟੋਮੈਟਿਕਲੀ ਉਹਦੇ ਵਿੱਚ ਅਗਰ ਤੁਹਾਨੂੰ ਆਫੀਸਰ ਨਹੀਂ ਕੰਟੈਕਟ ਕਰ ਪਾਉਂਦਾ ਤਾਂ ਜਿਹੜਾ ਡਿਪਾਰਟਮੈਂਟ ਹੈ ਉਹਦੇ ਕੰਪਿਊਟਰ ਨੇ ਤੁਹਾਡੀ ਡੀਓਟੀ ਨੂੰ ਉਸ ਮਿੱਥੇ ਦਿਨ ਤੇ ਇਨਐਕਟਿਵ ਕਰ ਦੇਣਾ ਹੁੰਦਾ। ਇਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਅਸੀਂ ਨਹੀਂ ਸਮਝਦੇ ਉਹ ਇਹ ਹੈ ਕਿ ਨਿਊ ਐਂਟਰੈਂਟ ਪ੍ਰੋਗਰਾਮ ਦੇ ਅੰਦਰ ਇਨਐਕਟਿਵ ਹੋਈ ਡੀਓਟੀ 30 ਦਿਨ ਤੱਕ ਵਾਪਸ ਚਾਲੂ ਨਹੀਂ ਹੋ ਸਕਦੀ। ਸੋ ਮੈਂ ਇੱਕ ਵਾਰੀ ਫਿਰ ਦੁਹਰਾ ਦਿਆਂ ਕਿ ਨਿਊ ਐਂਟਰੈਂਟ ਪ੍ਰੋਗਰਾਮ ਦੇ ਅੰਦਰ ਇਨਐਕਟਿਵ ਹੋਈ ਡੀਓਟੀ 30 ਦਿਨ ਤੱਕ ਵਾਪਸ ਐਕਟੀਵੇਟ ਨਹੀਂ ਹੋ ਸਕਦੀ। ਕਹਿਣ ਦਾ ਭਾਵ ਕਿ ਸਾਨੂੰ 30 ਦਿਨ ਆਪਣਾ ਟਰੱਕ ਜਿਹੜਾ ਆ ਉਹਨੂੰ ਰੋਡ ਤੋਂ ਲੰਬੇ ਕਰਨਾ ਪਏਗਾ। ਇਸ ਦੌਰਾਨ ਅਸੀਂ ਆਪਣੀ ਇੰਸ਼ੋਰੈਂਸ ਕੈਂਸਲ ਨਹੀਂ ਕਰਵਾ ਸਕਦੇ ਕਿਉਂਕਿ ਇੰਸ਼ੋਰੈਂਸ ਕੈਂਸਲ ਹੋਣ ਨੂੰ ਘੱਟੋ ਘੱਟ 45 ਦਿਨ ਲੱਗਦੇ ਆ, ਔਰ ਅਗਰ ਕਰਵਾਉਣੇ ਆ ਤਾਂ ਫਿਰ ਵੀ ਸਾਨੂੰ ਦੁਬਾਰਾ ਵਾਪਸ ਲੈਣ ਨੂੰ ਜਾਂ ਸਾਨੂੰ ਵਾਪਸ ਕੋਡ ਨਹੀਂ ਮਿਲਦਾ। ਸੋ ਇੱਕ ਬੜਾ ਵੱਡਾ ਲੰਬਾ ਪ੍ਰੋਸੈਸ ਹੈ। ਸੋ ਸਾਨੂੰ 1 ਮਹੀਨੇ ਦੀ ਟਰੱਕ ਦੀ ਪੇਮੈਂਟ, 1 ਮਹੀਨੇ ਦੀ ਇੰਸ਼ੋਰੈਂਸ ਪਲੱਸ 1 ਮਹੀਨੇ ਦੀ ਜਿਹੜਾ ਟਰੱਕਿੰਗ ਦਾ ਜਿਹੜਾ ਖਰਚਾ ਹੈ ਜਾਂ ਜਿਹੜੀ ਸਾਡੀ ਕਹਿ ਲਓ ਕਿ 1 ਮਹੀਨੇ ਦੀ ਕਮਾਈ ਹੈ ਉਹ ਸਾਡੀ ਜਾਂਦੀ ਲੱਗਦੀ ਹੈ। ਸੋ ਮੋਟੇ ਰੂਪ ਦੇ ਵਿੱਚ ਜਿਵੇਂ ਅੱਜ ਕੱਲ ਬੜਾ ਹੌਟ ਸੀਜ਼ਨ ਚੱਲ ਰਿਹਾ, ਮੈਂ ਸਮਝਦਾ ਕਿ ਇੱਕ ਟਰੱਕਰ ਨੂੰ ਡੀਓਟੀ ਇਨਐਕਟਿਵ ਹੋਣ ਦਾ ਜਿਹੜਾ ਖਮਿਆਜਾ ਆ ਉਹ ਕਰੀਬ 12 ਤੋਂ ਲੈ ਕੇ $18,000 ਤੱਕ ਪੈਂਦਾ। ਫਿਰ ਇਹ ਵੀ ਨਹੀਂ ਕਿ ਉਹ 20 ਦਿਨ ਬਾਅਦ ਜਿਹੜਾ ਨਿਊ ਐਂਟਰੈਂਟ ਪ੍ਰੋਗਰਾਮ ਹੈ ਉਹਦੇ ਵਿੱਚ ਤੁਸੀਂ 30 ਦਿਨ ਬਾਅਦ ਜਾਂ 31ਵੇਂ ਦਿਨ ਜਾਂ 32ਵੇਂ ਦਿਨ ਤੁਹਾਡੀ ਡੀਓਟੀ ਐਕਟਿਵ ਹੋ ਜਾਏਗੀ। ਉਸ ਤੋਂ ਬਾਅਦ ਤੁਹਾਨੂੰ ਫਾਰਮ MCs 150 ਭਰਨਾ ਪਏਗਾ। ਉਸ ਤੋਂ ਬਾਅਦ ਤੁਹਾਨੂੰ ਪ੍ਰੋਮਿਸਰੀ ਨੋਟ ਦੇਣਾ ਪਏਗਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਕਿ ਅਸੀਂ ਆਪਣਾ ਆਡਿਟ ਕਰਵਾਉਣ ਲਈ ਤਿਆਰ ਹਾਂ, ਸਾਡਾ ਆਡਿਟ ਦੁਆਰਾ ਸਕੇਡਿਊਲ ਕੀਤਾ ਜਾਵੇ। ਉਸ ਤੋਂ ਬਾਅਦ ਉਹ ਆਫੀਸਰ ਕਿੰਨਾ ਕੁ ਬਿਜ਼ੀ ਹੈ, ਕਿੰਨਾ ਕੁ ਉਹ ਫ੍ਰੀ ਹੈ, ਉਹਦੇ ਤੇ ਡਿਪੈਂਡ ਕਰਦਾ। ਸੋ ਅਕਸਰ 30 ਤੋਂ ਲੈ ਕੇ 45 ਦਿਨ ਤੱਕ ਜਿਹੜੀ ਇਹ ਡੀਓਟੀ ਹੈ ਇਹ ਵਾਪਸ ਐਕਟਿਵ ਨਹੀਂ ਹੋ ਸਕਦੀ। ਇਸ ਤੋਂ ਅਗਲਾ ਵੱਡਾ ਨੁਕਸਾਨ ਕਿ ਜਦੋਂ ਇੱਕ ਤਾਂ ਸਾਡਾ ਟਰੱਕ 30 ਦਿਨ ਤੱਕ ਰੋਡ ਤੇ ਨਹੀਂ ਆਏਗਾ, ਸਾਡੀਆਂ ਇੰਸ਼ੋਰੈਂਸ, ਸਾਡੇ ਪੇਮੈਂਟ ਸਾਡੀਆਂ ਸਾਨੂੰ ਪੱਲਿਓਂ ਦੇਣੀਆਂ ਪੈਣਗੀਆਂ। ਉਸ ਤੋਂ ਅਗਲਾ ਨੁਕਸਾਨ ਕੀ ਹੈ ਕਿ ਲਾਇਸੈਂਸ ਪਲੇਟ ਜਿਹੜੀਆਂ IRP ਪਲੇਟ ਹੈ ਉਹ ਅੱਜ ਕੱਲ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਭਾਵ DOT ਦੇ ਨੰਬਰ ਦੇ ਨਾਲ ਕਨੈਕਟਡ ਹਨ। ਸਾਰੇ ਸੱਜਣ ਜਿਹੜੇ IRP ਜਿਨ੍ਹਾਂ ਦੇ ਕੋਲ ਕੈਬ ਕਾਰਡ ਹਨ ਉਹਨਾਂ ਨੂੰ ਪਤਾ ਕਿ ਸਾਡਾ DOT ਨੰਬਰ ਹਮੇਸ਼ਾ ਸਾਡੇ ਕੈਬ ਕਾਰਡ ਦੇ ਐਂਡ ਦੇ ਉੱਤੇ ਅੰਕਿਤ ਹੁੰਦਾ। ਜਦੋਂ ਸਾਡੀ DOT ਸਸਪੈਂਡ ਹੁੰਦੀ ਹੈ ਤਾਂ ਉਸ DOT ਦੇ ਅੰਦਰ ਜਿੰਨੀਆਂ ਵੀ ਲਾਇਸੈਂਸ ਪਲੇਟਾਂ ਹਨ, ਭਾਵ ਕਿ ਜਿੰਨੀਆਂ ਵੀ ਲਾਇਸੈਂਸ ਪਲੇਟਾਂ ਉੱਤੇ IRP ਪਲੇਟਾਂ ਉੱਤੇ ਜਾਂ IRP ਦੇ ਕੈਬ ਕਾਰਡ ਦੇ ਉੱਤੇ ਜਿੰਨੇ ਵੀ ਕੈਬ ਕਾਰਡ ਦੇ ਉੱਤੇ ਉਹ DOT ਜਿਹੜੀ ਸਸਪੈਂਡ ਹੋ ਚੁੱਕੀ ਹੈ ਜਾਂ ਇਨਐਕਟਿਵ ਹੋ ਚੁੱਕੀ ਹੈ, ਜਿੰਨੇ ਵੀ ਕੈਬ ਕਾਰਡ ਦੇ ਉੱਤੇ ਉਹ DOT ਨੰਬਰ ਪਿਆ ਉਹ ਸਾਰੇ ਹੀ DMB ਵੱਲੋਂ ਉਸੇ ਰਾਤ ਨੂੰ
फिर मैं बार बार कहना चाहना कि एक बड़ा अचंभे वाली गल है ਜਿਹੜੀ ਕਿ ਅਕਸਰ ਅਸੀਂ ਨਹੀਂ ਸਮਝਦੇ ਕਿ ਜਿਸ ਰਾਤ ਤੁਹਾਡੀ DOT ਇਨਐਕਟਿਵ ਹੁੰਦੀ ਹੈ ਉਸੇ ਰਾਤ ਤੁਹਾਡੀਆਂ ਲਾਇਸੈਂਸ ਪਲੇਟਾਂ ਜਿਹੜੀਆਂ ਉਹ ਵੀ ਇਨਐਕਟਿਵ ਹੋ ਜਾਂਦੀਆਂ, ਉਹਨਾਂ ਤੇ VLT ਸਟਾਪ ਲੱਗਦਾ। VLT ਸਟਾਪ ਆ ਵਹੀਕਲ ਲਾਇਸੈਂਸਿੰਗ ਟਾਈਪ। ਇਸ ਤੋਂ ਬਾਅਦ ਤੁਸੀਂ ਉਸ ਅਕਾਊਂਟ ਦੇ ਵਿੱਚ ਕੋਈ ਵੀ ਟਰੱਕ ਦੀ ਲਾਇਸੈਂਸ ਪਲੇਟ ਨਹੀਂ ਲੈ ਸਕਦੇ। ਉਸ ਅਕਾਊਂਟ ਦੇ ਵਿੱਚ ਤੁਸੀਂ ਕੋਈ ਵੀ ਉਸ ਟਰੱਕ ਨੂੰ ਉਸ ਅਕਾਊਂਟ ਚੋਂ ਡਿਲੀਟ ਨਹੀਂ ਕਰ ਸਕਦੇ। ਉਸ ਟਰੱਕ ਦੇ ਉੱਤੇ ਰਿਨਿਊਅਲ ਨਹੀਂ ਪਰਫਾਰਮ ਕਰ ਸਕਦੇ। ਭਾਵ ਕੋਈ ਵੀ ਤਰ੍ਹਾਂ ਦੀ IRP ਦੀ ਟ੍ਰਾਂਜੈਕਸ਼ਨ, ਉਹਦਾ ਨੰਬਰ ਚੇਂਜ ਨਹੀਂ ਕਰ ਸਕਦੇ, ਉੱਥੇ ਕੈਰੀਅਰ ਰਿਸਪੌਂਸਿਬਿਲਟੀ ਚੇਂਜ ਨਹੀਂ ਕਰ ਸਕਦੇ। ਫਿਰ ਮੈਂ ਬਾਰ-ਬਾਰ ਦੁਹਰਾਉਣਾ ਚਾਹੁੰਦਾ ਕਿ ਉਸ ਕੇਸ ਦੇ ਵਿੱਚ ਤੁਸੀਂ ਆਪਣੇ ਟਰੱਕ ਨੂੰ ਕਿਸੇ ਹੋਰ ਟਰੱਕ ਦੇ ਸਾਈਨ ਲਾ ਕੇ ਵੀ ਨਹੀਂ ਚਲਾ ਸਕਦੇ, ਕਿਉਂਕਿ ਕਿਸੇ ਹੋਰ ਦੇ ਸਾਈਨ ਲਾਉਣ ਵਾਸਤੇ ਤੁਹਾਨੂੰ ਆਪਣੇ ਕੈਬ ਕਾਰਡ ਦੇ ਉੱਤੇ ਕੈਰੀਅਰ ਰਿਸਪੌਂਸਿਬਿਲਟੀ ਚੇਂਜ ਕਰਾਉਣੀ ਪੈਂਦੀ ਹੈ। ਔਰ ਕੈਰੀਅਰ ਰਿਸਪੌਂਸਿਬਿਲਟੀ ਚੇਂਜ ਕਰਾਉਣ ਵਾਸਤੇ ਤੁਹਾਡਾ ਜਿਹੜਾ ਬਿਨ ਨੰਬਰ ਹੈ ਉਹ ਕਲੀਅਰ ਹੋਣਾ ਚਾਹੀਦਾ। ਜਦ ਕਿ ਜਦੋਂ DOT ਸਸਪੈਂਡ ਹੁੰਦੀ ਹੈ ਜਾਂ ਇਨਐਕਟਿਵ ਹੁੰਦੀ ਹੈ, ਤੁਹਾਡਾ DOT ਨੰਬਰ ਜਿਹੜਾ ਤੁਹਾਡਾ ਵਿਨ ਨੰਬਰ ਹੈ ਟਰੱਕ ਦਾ ਜਾਂ ਟਰੱਕਾਂ ਦਾ, ਜੇ ਬਹੁਤ ਸਾਰੇ ਟਰੱਕਾਂ ਦਾ ਜਿਹੜਾ ਵਿਨ ਨੰਬਰਸ ਹਨ ਉਹ ਸਾਰੇ ਲੌਕ ਕਰ ਦਿੱਤੇ ਜਾਂਦੇ ਹਨ। ਉਹਨਾਂ ਤੇ VLT ਸਟਾਪ ਲੱਗਦਾ ਹੈ ਤੇ ਉਹਨਾਂ ਨੂੰ $150 ਫੀ ਟਰੱਕ ਫੀਸ ਭਰ ਕੇ DOT ਐਕਟਿਵ ਹੋਣ ਤੋਂ ਬਾਅਦ 7 ਤੋਂ ਲੈ ਕੇ 10 ਦਿਨ ਬਾਅਦ ਉਹਨਾਂ ਨੂੰ ਅਸੀਂ ਐਕਟਿਵ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਕਹਿਣ ਦਾ ਭਾਵ ਇਹ ਹੈ ਕਿ ਨਿਊ ਐਂਟਰੈਂਟ ਪ੍ਰੋਗਰਾਮ ਦੇ ਵਿੱਚ ਆਦਮੀ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ। ਇਹ ਬੜਾ ਸਾਦਾ ਜਿਹਾ ਆਡਿਟ ਹੈ, ਇਹਦੇ ਤੋਂ ਬਿਲਕੁਲ ਵੀ ਘਬਰਾਉਣ ਦੀ ਕੋਈ ਲੋੜ ਨਹੀਂ, ਜਿਹਦੇ ਵਿੱਚ ਮੋٹے ਰੂਪ ਦੇ ਵਿੱਚ ਡਿਪਾਰਟਮੈਂਟ ਵੱਲੋਂ ਇੱਕ ਡਰਾਈਵਰ ਦੀ ਸਾਰੀ ਡਿਟੇਲ, ਜਿਹਦੇ ਵਿੱਚ ਉਹਦਾ ਮੈਡੀਕਲ ਕਾਰਡ, ਉਹਦਾ ਡਰਾਈਵਿੰਗ ਲਾਇਸੈਂਸ ਦੀ ਕਾਪੀ, ਉਹਦੇ ਮੈਡੀਕਲ ਕਾਰਡ ਦੀ ਕਾਪੀ, ਉਹਦੇ DMB ਪ੍ਰਿੰਟ ਆਊਟ ਦੀ ਕਾਪੀ, ਡਰੱਗ ਟੈਸਟ ਦੀ ਕਾਪੀ, ਕਸਟਡੀ ਕੰਟਰੋਲ ਫਾਰਮ ਜਿਹਨੂੰ ਅਸੀਂ CCF ਕਹਿੰਦੇ ਆ ਉਹਦੀ ਕਾਪੀ, ਤੁਹਾਡੇ ਕੰਸੋਰਟੀਅਮ ਵੱਲੋਂ ਜਾਂ ਡਰੱਗ ਟੈਸਟਿੰਗ ਕੰਪਨੀ ਵੱਲੋਂ ਇਸ ਗੱਲ ਦਾ ਪ੍ਰੂਫ ਕਿ ਇਹ ਡਰਾਈਵਰ ਜਿਹੜੇ ਤੁਹਾਡੇ ਨਾਲ ਚੱਲ ਰਹੇ ਹਨ ਇਹ ਰੈਂਡਮ ਪ੍ਰੋਗਰਾਮ ਦੇ ਵਿੱਚ ਬਕਾਇਦਾ ਇਹਨਾਂ ਦਾ ਨਾਂ ਜਿਹੜਾ ਉਹ ਦਰਜ ਹੈ ਜਾਂ ਇਹਨਾਂ ਦਾ ਨਾਂ ਐਨਰੋਲ ਹੈ। ਸੋ ਉਸ ਚੀਜ਼ ਦਾ ਪ੍ਰੂਫ ਜਿਹਨੂੰ ਅਸੀਂ ਸਰਟੀਫਿਕੇਟ ਆਫ ਇਨਰੋਲਮੈਂਟ, ਰੈਂਡਮ ਇਨਰੋਲਮੈਂਟ ਕਹਿੰਦੇ ਆ, ਉਹਦੀ ਕਾਪੀ, 1 ਮਹੀਨੇ ਦੀ ਲੌਗ ਬੁੱਕ। ਇੱਥੇ ਇਹ ਯਾਦ ਰਹੇ ਕਿ ਜਦੋਂ ਅਸੀਂ ਇੰਟਰਸਟੇਟ DOT ਲੈਂਦੇ ਆ ਤਾਂ 1 ਮਹੀਨੇ ਦੇ ਵਿੱਚ ਘੱਟ ਤੋਂ ਘੱਟ 1 ਲੋਡ ਸਾਡਾ ਇੰਟਰਸਟੇਟ ਚੱਲਿਆ ਹੋਣਾ ਜ਼ਰੂਰੀ ਹੈ। ਸੋ ਅਗਰ ਸਾਡੀ ਲੌਗ ਬੁੱਕ ਦੇ ਵਿੱਚ ਕੇਵਲ ਤੇ ਕੇਵਲ ਕੈਲੀਫੋਰਨੀਆ ਟੂ ਕੈਲੀਫੋਰਨੀਆ ਲੋਡ ਹਨ, ਜਿਨ੍ਹਾਂ ਵਿੱਚੋਂ ਮੈਂ ਕੰਟੇਨਰ ਦੇ ਲੋਡ, ਮੈਂ ਕਈ ਵਾਰੀ ਅੱਗੇ ਗੱਲ ਕਰਦਾ ਕਹਿੰਦਾ ਕੰਟੇਨਰ ਦੇ ਲੋਡ ਮੈਂ ਨਹੀਂ ਗੱਲ ਕਰਦਾ ਕਿਉਂਕਿ ਉਹ ਵੀ ਇੰਟਰਸਟੇਟ ਦੇ ਦਾਇਰੇ ਵਿੱਚ ਆਉਂਦੇ ਹਨ। ਸੋ ਕੋਈ ਇੱਕ ਲੋਡ ਜਿਹੜਾ ਘੱਟੋ ਘੱਟ ਇੰਟਰਸਟੇਟ ਹੋਵੇ, 1 ਮਹੀਨੇ ਦੀ ਉਹ ਲੌਗ ਬੁੱਕ ਜਿਹਦੇ ਵਿੱਚ ਘੱਟ ਤੋਂ ਘੱਟ ਇੱਕ ਟ੍ਰਿਪ ਤੁਹਾਡਾ ਇੰਟਰਸਟੇਟ ਹੋਵੇ, ਉਹ 1 ਮਹੀਨੇ ਦੀ ਲੌਗ ਬੁੱਕ ਅਸੀਂ ਸਬਮਿਟ ਕਰਾਉਣੀ ਹੁੰਦੀ ਹੈ ਤੇ ਉਹਦੇ ਨਾਲ ਜਿਹੜੇ ਉਹਦੇ ਡਾਕੂਮੈਂਟਸ ਜਾਂ ਉਹਦੇ ਕਹਿ ਲਓ ਕਿ ਸਪੋਰਟਿੰਗ ਡਾਕੂਮੈਂਟ ਜਿਹਨਾਂ ਨੂੰ ਅਸੀਂ ਕਹਿੰਦੇ ਆ ਉਹ ਨਾਲ ਫਾਈਲ ਕਰਨੇ ਜ਼ਰੂਰੀ ਹਨ, ਜਿਨ੍ਹਾਂ ਵਿੱਚ ਤੁਹਾਡਾ ਬਿਲ ਆਫ ਲੀਡਿੰਗ ਔਰ ਤੁਹਾਡੀਆਂ ਡੀਜ਼ਲ ਰਸੀਦਾਂ, 1 ਮਹੀਨੇ ਦੀ ਲੌਗ ਬੁੱਕ ਜਿਹਦੇ ਵਿੱਚ ਘੱਟ ਤੋਂ ਘੱਟ ਇੱਕ ਟ੍ਰਿਪ ਜਿਹੜਾ ਉਹ ਇੰਟਰਸਟੇਟ ਹੋਣਾ ਚਾਹੀਦਾ। ਸੋ ਮੈਂ ਫਿਰ ਦੁਹਰਾ ਦਿਆਂ ਕਿ ਡਰਾਈਵਰ ਦਾ ਲੌਗ ਬੁੱਕ, ਡਰਾਈਵਰ ਦਾ ਮੈਡੀਕਲ ਕਾਰਡ, ਡਰਾਈਵਰ ਦੀ ਲਾਇਸੈਂਸ ਦੀ ਕਾਪੀ, ਡਰਾਈਵਰ ਦੀ CCF ਕਸਟਡੀ ਕੰਟਰੋਲ ਫਾਰਮ, ਨੈਗੇਟਿਵ ਡਰੱਗ ਟੈਸਟ, MBR ਦੀ ਕਾਪੀ, ਡਰਾਈਵਰ ਦਾ ਡਰੱਗ ਇਨਰੋਲਮੈਂਟ ਟੈਸਟ ਤੇ ਉਹਦਾ ਡਰੱਗ ਇਨਰੋਲਮੈਂਟ ਸਰਟੀਫਿਕੇਟ ਇਨ ਰੈਂਡਮ ਪ੍ਰੋਗਰਾਮ। ਇਸ ਤੋਂ ਇਲਾਵਾ ਤੁਹਾਡੇ ਜਿੰਨੇ ਵੀ ਉਸ DOT ਦੇ ਅੰਡਰ ਡਰਾਈਵਰ ਚੱਲਦੇ ਹਨ, ਉਹਨਾਂ ਡਰਾਈਵਰਸ ਦੀ ਲਿਸਟ, ਉਹਨਾਂ ਨੂੰ ਕਦੋਂ ਹਾਇਰ ਕੀਤਾ ਗਿਆ, ਉਹਨਾਂ ਦਾ ਡੇਟ ਆਫ ਬਰਥ, ਉਹਨਾਂ ਦੀ ਲਾਇਸੈਂਸ ਦੀ ਨੰਬਰ ਔਰ ਉਹਨਾਂ ਸਾਰੇ ਡਰਾਈਵਰ ਦੀ ਲਿਸਟ। ਜਿਹੜੇ ਡਾਕੂਮੈਂਟ ਅਸੀਂ ਭੇਜਣੇ ਹਨ ਉਹ ਕੇਵਲ ਇੱਕ ਡਰਾਈਵਰ ਤੇ ਭੇਜਣ, ਜਦਕਿ ਜਿਹੜਾ ਸਾਡਾ ਆਪਣਾ ਜਿਹੜੀ ਲਿਸਟ ਹੈ ਉਹ ਸਾਡੇ ਸਾਰੇ ਡਰਾਈਵਰ ਦੀ ਚਾਹੀਦੀ ਹੈ। ਇਸੇ ਤਰ੍ਹਾਂ ਵਹੀਕਲ ਸਾਰਿਆਂ ਦੀ ਲਿਸਟ ਚਾਹੀਦੀ ਹੈ, ਉਹਨਾਂ ਦੇ ਮੇਕ, ਮਾਡਲ ਔਰ ਵਿਨ ਨੰਬਰ, ਪਰ ਜਿਹੜੀ ਉਹਦੇ ਵਿੱਚੋਂ ਐਨੂਅਲ ਇਨਸਪੈਕਸ਼ਨ ਤੇ ਉਹਦੀ ਮੇਨਟੇਨੈਂਸ ਦਾ ਰੈਕਡ ਹੈ ਉਹ ਕੇਵਲ ਤੇ ਕੇਵਲ ਇੱਕ ਟਰੱਕ। ਸੋ ਕਹਿਣ ਦਾ ਭਾਵ ਇੱਕ ਟਰੱਕ ਔਰ ਇੱਕ ਟ੍ਰੇਲਰ ਔਰ ਇੱਕ ਡਰਾਈਵਰ ਦਾ ਜਿਹੜੇ ਡਾਕੂਮੈਂਟ ਹਨ ਜਿਹਦੇ ਵਿੱਚ ਐਨੂਅਲ ਇਨਸਪੈਕਸ਼ਨ, ਰਜਿਸਟ੍ਰੇਸ਼ਨ ਦੀ ਕਾਪੀ ਉਹਨਾਂ ਨੂੰ ਜਾਣੀ ਜ਼ਰੂਰੀ ਹੈ ਔਰ ਉਹਦਾ ਮੇਨਟੇਨੈਂਸ ਰੈਕਡ। ਇਸ ਤੋਂ ਇਲਾਵਾ ਬਾਕੀ ਜਿਹੜੇ ਵਹੀਕਲ ਹਨ ਔਰ ਜਿਹੜੇ ਬਾਕੀ ਡਰਾਈਵਰਸ ਹਨ ਉਹਨਾਂ ਸਾਰਿਆਂ ਦੀ ਲਿਸਟ। ਸੋ ਮੇਰੇ ਖਿਆਲ ਨਾਲ ਜਿਹੜੇ ਸੱਜਣ
ਲੈਣਾ ਚਾਹੁੰਦੇ ਆ DOT ਨੰਬਰ ਇੰਟਰਸਟੇਟ, ਜਾਂ ਜਿਨ੍ਹਾਂ ਨੇ ਹੁਣ ਤਾਜ਼ਾ ਲਿਆ ਹੈ, ਮੈਂ ਜ਼ਰੂਰ ਚਾਹਾਂਗਾ ਕਿ ਉਹ ਇਸ ਪ੍ਰੋਗਰਾਮ ਨੂੰ ਰਿਵਾਈਂਡ ਕਰਕੇ ਦੇਖਣ, ਇੱਕ ਵਾਰ ਇਹਨੂੰ ਸਾਡੇ YouTube ਟਰੱਕਿੰਗ ਭਾਈਚਾਰਾ ਤੇ ਜਾ ਕੇ ਦੇਖਣ, ਔਰ ਜਿਹੜੇ ਮੈਂ ਸਮਾਨ ਆਖੇ ਹਨ ਇਹਨਾਂ ਦੀ ਜ਼ਰੂਰ ਲਿਸਟ ਬਣਾਉਣ, ਤਾਂ ਕਿ ਤੁਹਾਨੂੰ ਆਰਡਰ ਕਰਵਾਉਣ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ, ਔਰ ਇਸ ਆਰਡਰ ਦੀ ਸੀਰੀਅਸਨੈਸ ਨੂੰ ਕੰਸੀਵ ਕੀਤਾ ਜਾਵੇ, ਇਸ ਆਰਡਰ ਦੀ ਸੀਰੀਅਸਨੈਸ ਨੂੰ ਸਮਝਿਆ ਜਾਵੇ, ਤਾਂ ਕਿ ਤੁਹਾਨੂੰ ਇਹੋ ਜੀ DOT ਇਨਐਕਟਿਵ ਹੋਣ ਦੀ ਜਿਹੜੀ ਹੈ ਉਹ ਨੌਬਤ ਨਾ ਆਵੇ, ਤਾਂ ਕਿ ਤੁਹਾਨੂੰ ਹਜ਼ਾਰਾਂ ਡਾਲਰ ਦਾ ਨੁਕਸਾਨ ਜਿਹੜਾ ਹੈ ਉਹ ਨਾ ਝੱਲਣਾ ਪਵੇ। ਅੱਜ ਦਾ ਸਾਡਾ ਜਿਹੜਾ ਟੌਪਿਕ ਆ ਇੱਥੇ ਸਮਾਪਤ ਹੁੰਦਾ। ਜੇ ਕੋਈ ਤੁਹਾਨੂੰ ਫਿਰ ਵੀ ਕੁਐਸਚਨ ਹੁੰਦਾ, ਤੁਸੀਂ ਕਦੇ ਵੀ ਮੇਰੇ ਸੈੱਲ ਫੋਨ ਤੇ ਜਾਂ ਸਕਰੀਨ ਤੇ ਸਾਡੇ ਜਿਹੜੇ ਆ ਰਹੇ ਨੰਬਰ ਹੈ ਉਹਨਾਂ ਤੇ ਕਾਲ ਕਰ ਸਕਦੇ ਹੋ, 2096360880 ਜਾਂ 5105576988। ਔਰ ਅਖੀਰ ਤੇ ਮੈਂ ਡਿਸਕਲੇਮਰ ਕਿ ਸਾਡੀ ਇਸ ਕਹੀ ਹੋਈ ਗੱਲ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਸਾਡੇ ਖਿਲਾਫ ਕਿਸੇ ਵੀ ਕੋਰਟ ਦੇ ਵਿੱਚ ਜਾਂ ਬਤੌਰ ਐਵੀਡੈਂਸ ਇਸ ਨੂੰ ਨਹੀਂ ਯੂਜ਼ ਕਰ ਸਕਦੇ। ਸਾਡਾ ਇਹ ਜਿਹੜਾ ਅੱਜ ਦਾ ਟੌਪਿਕ ਹੈ ਤੁਸੀਂ ਟਰੱਕਿੰਗ ਭਾਈਚਾਰਾ YouTube ਚੈਨਲ ਦੇ ਉੱਤੇ ਜਾ ਕੇ 1-2 ਦਿਨ ਤੋਂ ਬਾਅਦ ਸੁਣ ਸਕਦੇ ਹੋ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਖਿਮਾ ਦਾ ਜਾਚਕ ਹਾਂ। ਮੈਂ ਤੁਹਾਡਾ ਹੋਸਟ ਹਰਿੰਦਰ ਸਿੰਘ ਟਾਂਡਾ। ਸਤਿ ਸ਼੍ਰੀ ਅਕਾਲ।